हाँ जी, सत श्री अकाल जी सारिਆਂ ਨੂੰ। ਕੀ ਹਾਲ ਚਾਲ ਤੁਹਾਡੇ ਸਾਰਿਆਂ ਦੇ। ਤਾਂ ਲੈ ਕੇ ਆਏ ਹਾਂ ਜੀ 10ਵੀਂ ਜਮਾਤ ਦਾ ਆਪਣਾ 2025 ਲਈ ਪ੍ਰੀ ਬੋਰਡ ਦਾ ਪੇਪਰ। ਸੋ ਵਿਦਿਆਰਥੀਓ, ਮੈਂ ਤੁਹਾਨੂੰ ਪਹਿਲੇ ਦੱਸਦਾ, ਤੁਸੀਂ ਤੇ ਕਹਿੰਦੇ ਹੋਵੋਗੇ ਕਿ ਇਹ ਤਾਂ 2024-25 ਦਾ ਹੈ, ਪਰ ਨਹੀਂ ਵਿਦਿਆਰਥੀਓ, ਇਹ 2025 ਦੇ ਪ੍ਰੀ ਬੋਰਡ ਵਿੱਚ ਹੀ ਆਵੇਗਾ। ਇਹ ਮੇਰੀ ਗੱਲ ਤੁਸੀਂ ਯਾਦ ਰੱਖਣਾ, ਠੀਕ ਹੈ। ਇਹ 2025 ਯਾਨੀ ਕਿ ਹੁਣ ਦੇ ਪ੍ਰੀ ਬੋਰਡ ਦੇ ਐਗਜ਼ਾਮ ਵਿੱਚ ਹੀ ਇਹ ਪੇਪਰ ਆਵੇਗਾ। ਉਹ ਤਾਂ ਲਿਖਿਆ ਹੁੰਦਾ ਕਿਉਂਕਿ ਸੈਸ਼ਨ 2024-25 ਤੁਸੀਂ 2024 'ਚ 10ਵੀਂ ਕਲਾਸ 'ਚ ਆਏ ਸੀ ਨਾ, ਇਸ ਕਰਕੇ ਇਹ ਸੈਸ਼ਨ ਲਿਖਿਆ ਹੁੰਦਾ ਹੈ ਕਿ ਕਿਹੜੇ ਸੈਸ਼ਨ ਦਾ ਉਹ ਪੇਪਰ ਆ। ਤਾਂ ਪ੍ਰੀ ਬੋਰਡ ਤਾਂ ਤੁਹਾਡੇ 2025 'ਚ ਹੀ ਹੁੰਦੇ ਪਏ, ਤਾਂ ਯਾਨੀ ਕਿ ਇਹ ਪੇਪਰ ਬਿਲਕੁਲ ਠੀਕ ਹੈ। 2 ਘੰਟੇ ਦਾ ਤੁਹਾਨੂੰ ਸਮਾਂ ਮਿਲੇਗਾ ਅਤੇ ਪ੍ਰਸ਼ਨ ਪੱਤਰ 3 ਭਾਗਾਂ ਵਿੱਚ ਵੰਡਿਆ ਹੋਏਗਾ। ਊੜਾ ਐੜਾ ਈੜੀ, ਠੀਕ ਹੈ ਜੀ। ਊੜੇ ਵਿੱਚ ਪ੍ਰਸ਼ਨ 1 ਵਿੱਚ ਬਹੁ ਵਿਕਲਪੀ ਪ੍ਰਸ਼ਨ ਅਤੇ ਖਾਲੀ ਥਾਵਾਂ 1-1 ਅੰਕ ਦੇ 12 ਹੋਣਗੇ। ਦੂਜੇ ਪ੍ਰਸ਼ਨ ਵਿੱਚ 2 ਵਿੱਚ ਪੂਰੇ ਨਾਮ ਅਤੇ ਸਹੀ ਗਲਤ 1-1 ਨੰਬਰ ਦੇ 8 ਹੋਣਗੇ। ਫਿਰ ਭਾਗ ਐੜੇ ਵਿੱਚ ਪ੍ਰਸ਼ਨ ਨੰਬਰ 3 ਤੋਂ 8 ਤੱਕ 3-3 ਅੰਕਾਂ ਦੇ ਹੋਣਗੇ ਅਤੇ 6 ਪ੍ਰਸ਼ਨ ਹੋਊਗੇ, ਜਿਨ੍ਹਾਂ ਦੇ ਵਿੱਚ 2 ਪ੍ਰਸ਼ਨਾਂ ਵਿੱਚ ਅੰਦਰੂਨੀ ਛੂਟ ਹੋਊਗੀ, ਯਾਨੀ ਕਿ ਚੋਇਸ ਵੀ ਦਿੱਤੀ ਗਈ ਹੈ। ਅਤੇ ਭਾਗ ਈੜੀ ਵਿੱਚ ਪ੍ਰਸ਼ਨ 9 ਤੋਂ 10 6 ਅੰਕਾਂ ਦੇ 2 ਪ੍ਰਸ਼ਨ ਹਨ, ਜਿਨ੍ਹਾਂ ਵਿੱਚ 100% ਅੰਦਰੂਨੀ ਛੂਟ ਦਿੱਤੀ ਗਈ ਹੋਵੇਗੀ। ਸਾਰੇ ਪ੍ਰਸ਼ਨ ਜ਼ਰੂਰੀ ਆ। ਸੋ ਕਰਦੇ ਹਾਂ ਸ਼ੁਰੂ ਅੱਜ ਦੇ ਇਸ ਪੇਪਰ ਨੂੰ। ਸੋ ਵਿਦਿਆਰਥੀਓ, ਈਜ਼ੀ ਕਲਾਸਿਸ ਦੇ ਚੈਨਲ 'ਤੇ ਮੈਂ ਕਰਦਾ ਤੁਹਾਡੇ ਸਭ ਦਾ ਸਵਾਗਤ। ਤੋਂ ਸ਼ੁਰੂ ਕਰਦੇ ਹਾਂ ਅੱਜ ਦਾ ਪੇਪਰ। ਪਰ ਜੇਕਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਸੋ ਸਬਸਕ੍ਰਾਈਬ ਵੀ ਕਰ ਦੇਣਾ, ਠੀਕ ਹੈ। ਸੋ ਬਹੁ ਵਿਕਲਪੀ ਪ੍ਰਸ਼ਨ ਹੈ ਆਪਣੇ ਕੋਲ। ਫਸਟ 'ਤੇ ਪਹਿਲਾ ਹੈਗਾ, ਡੈਸ਼ ਪ੍ਰੋਗਰਾਮਾਂ ਦਾ ਸਮੂਹ ਹੁੰਦੇ ਹਨ ਜੋ ਯੂਜ਼ਰ ਨੂੰ ਕਿਸੇ ਵਿਸ਼ੇਸ਼ ਕੰਮ ਕਰਨ ਦੇ ਯੋਗ ਬਣਾਉਂਦੇ ਹਨ। ਤਾਂ ਆਪਣੇ ਕੋਲ ਜਿਹੜਾ ਪਹਿਲਾ ਇਹਦਾ ਆਨਸਰ ਆਊਗਾ ਕਿ ਡੈਸ਼ ਪ੍ਰੋਗਰਾਮਾਂ ਦਾ ਸਮੂਹ ਹੁੰਦੇ ਹਨ ਜੋ ਯੂਜ਼ਰ ਨੂੰ ਕਿਸੇ ਵਿਸ਼ੇਸ਼ ਕੰਮ ਕਰਨ ਯੋਗ ਬਣਾਉਂਦੇ ਹਨ। ਇਹਦਾ ਆਪਣੇ ਕੋਲ ਆਨਸਰ ਆਏਗਾ ਜੀ ਸੋਫਟਵੇਅਰ, ਠੀਕ ਹੈ। ਸੋ ਦੂਜਾ ਵੇਖ ਲੈਂਦੇ ਹਾਂ। ਦੂਜਾ HTML ਪ੍ਰੋਗਰਾਮ ਦੀ ਆਊਟਪੁੱਟ ਵੇਖਣ ਲਈ ਸਾਨੂੰ ਉਸ ਡਾਕੂਮੈਂਟ ਦੇ ਡੈਸ਼ ਵਿੱਚ ਓਪਨ ਕਰਨਾ ਪੈਂਦਾ ਹੈ। ਸੋ ਉਹ ਸਾਨੂੰ ਓਪਨ ਕਰਨਾ ਪੈਂਦਾ ਆ ਕਿਹਦੇ ਵਿੱਚ ਜੀ, ਵੈਬ ਬਰਾਊਜ਼ਰ ਦੇ ਵਿੱਚ, ਠੀਕ ਹੈ। ਤਾਂ ਵੈਬ ਬਰਾਊਜ਼ਰ ਇਹਦਾ ਸਹੀ ਆਨਸਰ ਆਪਣੇ ਕੋਲ ਹੋ ਜਾਊਗਾ। ਇੱਕ ਡੈਸ਼ ਲਿੰਕ ਮੂਲ ਰੂਪ ਵਿੱਚ ਅੰਡਰਲਾਈਨ ਅਤੇ ਜਾਮਨੀ ਰੰਗ ਵਿੱਚ ਦਿਖਾਈ ਦਿੰਦਾ ਹੈ। ਸੋ ਉਹ ਕਿਹੜਾ ਦਿਖਾਈ ਦਿੰਦਾ ਜੀ, ਜਿਹੜਾ ਜਾਮਨੀ ਰੰਗ ਦਾ ਹੁੰਦਾ ਆ। ਜਾਮਨੀ ਰੰਗ ਦਾ ਲਿੰਕ ਉਹ ਹੁੰਦਾ ਹੈ ਜਿਹੜਾ ਅਸੀਂ ਵਿਜ਼ਿਟਡ ਲਿੰਕ ਹੁੰਦਾ, ਉਹਨੂੰ ਅਸੀਂ ਪਹਿਲੇ ਵੀ ਵਿਜ਼ਿਟਡ ਕੀਤਾ ਹੁੰਦਾ, ਉਹ ਜਾਮਨੀ ਰੰਗ ਦਾ ਦਿਖਾਈ ਦਿੰਦਾ ਆ। ਹੁਣ ਦੇਖੋ GUI ਦਾ ਪੂਰਾ ਨਾਂ, ਫੁੱਲ ਫਾਰਮ ਆਫ GUI, ਤਾਂ ਉਹ ਹੁੰਦਾ ਹੈ ਗ੍ਰਾਫਿਕਲ ਯੂਜ਼ਰ ਇੰਟਰਫੇਸ, ਯਾਨੀ ਕਿ ਤੀਜੀ ਆਪਸ਼ਨ। ਪੰਜਵਾਂ ਆ, ਡੈਸ਼ ਗ੍ਰਾਫਿਕਸ ਅਤੇ ਟੈਕਸਟ ਦਾਖਲ ਕਰਨ ਲਈ ਆਇਤਕਾਰ ਖੇਤਰ ਹੁੰਦਾ ਹੈ। ਸੋ ਉਹ ਕਿਹੜਾ ਹੁੰਦਾ ਹੈ ਜੀ, ਫਰੇਮ। ਪਬਲੀਕੇਸ਼ਨ ਦਾ ਪਹਿਲਾ ਤੋਂ ਪਰਿਭਾਸ਼ਿਤ ਮਾਡਲ ਡੈਸ਼ ਹੁੰਦਾ ਹੈ, ਤਾਂ ਉਹ ਪਹਿਲਾਂ ਤੋਂ ਪਰਿਭਾਸ਼ਿਤ ਮਾਡਲ ਜਿਹੜਾ ਹੁੰਦੇ ਉਹਨੂੰ ਕਹਿੰਦੇ ਟੈਂਪਲੇਟ ਹੁੰਦੇ ਆ ਜੀ, ਟੈਂਪਲੇਟ। ਸੋ ਫਿਰ ਆਪਣੇ ਕੋਲ ਹੈਗਾ ਆ ਜੀ ਐਪਲੀਕੇਸ਼ਨ ਸੋਫਟਵੇਅਰ ਨੂੰ ਡੈਸ਼ ਕਿਹਾ ਜਾਂਦਾ ਹੈਗਾ, ਉਹਨਾਂ ਨੂੰ ਕਿਹਾ ਜਾਂਦਾ ਜੀ ਐਂਡ ਯੂਜ਼ਰ ਸੋਫਟਵੇਅਰ, ਐਂਡ ਯੂਜ਼ਰ ਐਪਲੀਕੇਸ਼ਨ। ਫਿਰ ਇਸ ਤੋਂ ਅਗਲਾ ਕੁਐਸਚਨ ਹੈਗਾ 8ਵਾਂ, ਡੈਸ਼ ਭਾਗ ਵਿੱਚ ਉਹ ਸਾਰੇ ਕੰਟੈਂਟ ਸ਼ਾਮਿਲ ਹੁੰਦੇ ਹਨ ਜੋ ਉਸ ਵੈਬ ਪੇਜ ਉੱਪਰ ਯੂਜ਼ਰ ਨੂੰ ਪ੍ਰਦਰਸ਼ਿਤ ਕੀਤੇ ਜਾਂਦੇ ਹਨ। ਤਾਂ ਉਹ ਕਿਹੜੇ ਹੁੰਦੇ ਜੀ, ਬੋਡੀ ਭਾਗ ਦੇ। ਜਿੰਨੇ ਵੀ ਬੋਡੀ ਭਾਗ ਦੇ ਆਪਣੇ ਕੋਲ ਕੰਟੈਂਟ ਹੁੰਦੇ ਉਹ ਸਾਰੇ ਸ਼ਾਮਿਲ ਹੁੰਦੇ ਹਨ। ਫਿਰ ਹੈਗਾ ਡੈਸ਼ ਲਿਸਟ, ਇੱਕ ਲਿਸਟ ਦੇ ਅੰਦਰ ਇੱਕ ਹੋਰ ਲਿਸਟ ਹੁੰਦੀ ਹੈ। ਇਹ ਬਹੁਤ ਇੰਪੋਰਟੈਂਟ ਹੈ, ਲਿਸਟ ਵਾਲਾ ਕੁਐਸਚਨ ਹੈ, ਹਰ ਵਾਰ ਅਪਰੋਕਸੀਮੇਟ ਪੁੱਛਿਆ ਹੀ ਜਾਂਦਾ ਹੈ। ਤਾਂ ਉਹ ਕਿਹੜੀ ਲਿਸਟ ਹੁੰਦੀ ਜੀ, ਸੋ ਉਹ ਲਿਸਟ ਹੁੰਦੀ ਹੈ ਆਪਣੇ ਕੋਲ ਨੈਸਟਡ ਲਿਸਟ, ਠੀਕ ਆ ਜੀ, ਨੈਸਟਡ ਲਿਸਟ, ਠੀਕ ਆ ਜੀ। ਤਾਂ ਪੰਜਾਬੀ ਮੀਡੀਅਮ ਵਾਲੇ ਵੀ ਇੰਗਲਿਸ਼ ਆਨਸਰ ਲਿਖਦੇ ਹੋ, ਕਿਉਂਕਿ ਪੰਜਾਬੀ ਦੇ ਵਿੱਚ ਤੁਹਾਡੇ ਸਪੈਲਿੰਗ ਮਿਸਟੇਕ ਹੋ ਸਕਦੀ ਹੈ, ਇੰਗਲਿਸ਼ ਨਹੀਂ ਹੋਣੇ, ਤਾਂ ਇੰਗਲਿਸ਼ ਦੇ ਵਿੱਚ ਹੀ ਲਿਖਦੇ ਹੋ, ਠੀਕ ਆ। ਫਿਰ ਹੈਗਾ ਆ, ਜੇਕਰ ਡੈਸ਼ HTTP ਵਿਧੀ ਨਾਲ ਫਰੇਮ ਸਬਮਿਟ ਕੀਤਾ ਜਾਂਦਾ ਹੈ ਤਾਂ ਵੈਬ ਪੇਜ ਦੇ ਨਤੀਜੇ ਨੂੰ ਬੁੱਕਮਾਰਕ ਨਹੀਂ ਕੀਤਾ ਜਾ ਸਕਦਾ। ਸੋ ਦੇਖੋ ਜੀ, ਇਸ ਦਾ ਆਨਸਰ ਆਪਣੇ ਕੋਲ ਕੀ ਆ ਜਾਣਾ, ਪੋਸਟ, ਠੀਕ ਹੈ ਜੀ, ਪੋਸਟ। ਜੇਕਰ ਪੋਸਟ
ਫਿਰ ਹੈਗਾ ਜੇ ਟਾਈਮ ਸ਼ੇਅਰਿੰਗ ਆਪਰੇਟਿੰਗ ਸਿਸਟਮ ਵਿੱਚ ਹਰੇਕ ਯੂਜ਼ਰ ਨੂੰ ਦਿੱਤਾ ਗਿਆ ਥੋੜ੍ਹਾ ਜਿਹਾ ਸਮਾਂ ਕੀ ਅਖਵਾਉਂਦਾ ਉਹ ਮੈਂ ਇੱਥੇ ਲਿਖਦਾ ਜੀ। ਉਹ ਹੁੰਦਾ ਆ ਪਹਿਲਾਂ ਤਾਂ ਪੰਜਾਬੀ ਵਿੱਚ ਦੇਖ ਲਓ, ਫਿਰ ਲਿਖ ਲਿਓ ਇੰਗਲਿਸ਼ 'ਚ ਟਾਈਮਸ ਲਾਈਸ, ਠੀਕ ਹੈ। ਅਤੇ ਇੰਗਲਿਸ਼ ਦੇ ਵਿੱਚ ਵੀ ਇੱਦਾਂ ਲਿਖਣਾ ਆ ਟਾਈਮ ਸਲਾਈਸ, ਠੀਕ ਹੈ। ਫਿਰ ਹੈਗਾ ਹੈ ਆਪਣੇ ਕੋਲ 12ਵਾਂ ਕਿ ਡੈਸ਼ ਨੌਕਰੀਆਂ ਦੀਆਂ ਅਰਜ਼ੀਆਂ ਲਈ ਵਿੱਚ ਬਿਨੈਕਾਰਾਂ ਵੱਲੋਂ ਦਿੱਤਾ ਜਾਣ ਵਾਲਾ ਇੱਕ ਡਾਕੂਮੈਂਟ ਹੁੰਦਾ ਹੈ। ਸੋ ਉਹ ਹੁੰਦਾ ਜੀ ਰਿਜ਼ਿਊਮ, ਠੀਕ ਹੈ ਜੀ। ਰਿਜ਼ਿਊਮ ਰਾਰੇ ਨੂੰ ਸਿਆਰੀ, ਜੱਜੇ ਨੂੰ ਸਿਆਰੀ, ਊੜੇ ਦਲੈਂਕੜ ਅਤੇ ਮੰਮਾ ਰਿਜ਼ਿਊਮ, ਠੀਕ ਹੈ। ਆਗੇ ਫਿਰ ਸਾਡੇ ਕੋਲ ਅੱਗੇ ਫੁੱਲ ਫਾਰਮਸ, ਸੋ ਮੈਂ ਤੁਹਾਨੂੰ ਹੁਣ ਫੁੱਲ ਫਾਰਮਸ ਲਿਖ ਕੇ ਦਿਖਾ ਦਿੰਦਾ ਹਾਂ, ਠੀਕ ਹੈ। ਸੋ HR ਦਾ ਪੂਰਾ ਨਾਂ ਕੀ ਹੁੰਦਾ ਜੀ? ਤੋ HR ਨੂੰ ਆਪਾਂ ਕਹਿੰਦੇ ਹਾਂ ਹੋਰੀਜ਼ੋਨਟਲ ਰੂਲਰ, ਠੀਕ ਹੈ। ਫਿਰ ਅਗਲਾ ਹੈ DT ਆਪਾਂ ਕਿਹਨੂੰ ਕਹਿੰਦੇ ਹਾਂ ਜੀ? DT ਹੁੰਦੀ ਆ ਆਪਣੇ ਕੋਲ ਡੈਫੀਨੇਸ਼ਨ ਟਾਈਟਲ, TITL, ਠੀਕ ਹੈ। ਫਿਰ ਹੈਗਾ TR ਦਾ ਪੂਰਾ ਨਾਂ। TR ਦਾ ਕੀ ਨਾਮ ਪੂਰਾ ਹੁੰਦਾ? ਟੇਬਲ ਰੋ। ਸੋ ਲਿਖਦੇ ਹਾਂ ਜੀ TR ਦਾ ਪੂਰਾ ਨਾਮ ਟੇਬਲ ਰੋ। ਮੇਰੀ ਤੁਸੀਂ ਇੱਕ ਗੱਲ ਯਾਦ ਰੱਖਣੀ ਕਿ ਤੁਸੀਂ ਜਿਹੜੀ ਫੁੱਲ ਫਾਰਮਸ ਆ ਪਹਿਲਾਂ ਪੰਜਾਬੀ ਮੀਡੀਅਮ ਵਾਲੇ ਹਨ, ਪਹਿਲਾਂ ਇੰਗਲਿਸ਼ ਮੀਡੀਅਮ ਵਾਲੇ ਹਨ, ਸਾਰਿਆਂ ਨੇ ਇੰਗਲਿਸ਼ ਦੇ ਵਿੱਚ ਹੀ ਫੁੱਲ ਫਾਰਮਸ ਨੂੰ ਲਿਖਣਾ ਹੈ। PNG ਦਾ ਪੂਰਾ ਨਾਂ ਪੋਰਟੇਬਲ ਨੈਟਵਰਕ ਗ੍ਰਾਫਿਕਸ। ਸੋ ਲਿਖ ਲਓ ਪੋਰਟੇਬਲ ਨੈਟਵਰਕ ਗ੍ਰਾਫਿਕਸ, ਠੀਕ ਹੈ। GRAPHICS, ਠੀਕ ਹੈ ਜੀ। ਫਿਰ DMP ਦਾ ਪੂਰਾ ਨਾਂ ਕੀ ਆ? ਡਾਟ ਮੈਟ੍ਰਿਕ ਪ੍ਰਿੰਟਰ, ਠੀਕ ਹੈ। ਡਾਟ ਮੈਟ੍ਰਿਕ ਅਤੇ ਪ੍ਰਿੰਟਰ ਡਨ। ਲਾਸਟ ਹੈਗਾ ਹੈ ਜੀ ਆਪਣੇ ਕੋਲ GIMP ਦਾ ਪੂਰਾ ਨਾਮ। ਤਾਂ ਇਹ ਜੀ ਤੋਂ ਆਪਣੇ ਕੋਲ ਹੈਗਾ ਆ GNU, ਠੀਕ ਹੈ। I ਦਾ ਹੈਗਾ ਆ ਇਮੇਜ, ਇਹ ਵਾਲੀ I ਦਾ ਮਤਲਬ ਆ ਇਮੇਜ, ਅਤੇ M ਦਾ ਹੈਗਾ ਮੈਨੂਪੂਲੇਸ਼ਨ ਪ੍ਰੋਗਰਾਮ, ਠੀਕ ਹੈ। ਸੋ ਇਹ ਤੁਹਾਡੇ ਹੋ ਗਏ ਜੀ 6 ਫੁੱਲ ਫਾਰਮਸ 6 ਨੰਬਰ ਦੇ। ਸਹੀ ਗਲਤ ਦੇਖ ਲਓ। ਸਹੀ ਗਲਤ ਕਹਿੰਦਾ ਕਿ ਪਬਲਿਸ਼ਰ ਬੰਦ ਕਰਨ ਤੋਂ ਪਹਿਲਾਂ ਸਾਨੂੰ ਸਾਰੇ ਪਬਲੀਕੇਸ਼ਨ ਬੰਦ ਕਰਨੇ ਚਾਹੀਦੇ ਹਨ। ਸੋ ਦੇਖੋ ਜੀ ਇਹ ਆਪਣੇ ਕੋਲ ਜਿਹੜਾ ਇਹਨਾਂ ਨੇ ਕਥਨ ਦਿੱਤਾ ਹੈ ਬਿਲਕੁਲ ਜਿਹੜਾ ਆ ਉਹ ਗਲਤ ਆ। ਅਤੇ ਦੂਜਾ ਹੈਗਾ ਫਾਇਰਵਾਲ ਸਾਡੇ PC ਉੱਪਰ ਅਣਅਧਿਕਾਰਿਤ ਐਕਸੈਸ ਨੂੰ ਰੋਕ ਨਹੀਂ ਸਕਦਾ। ਸੋ ਇਹ ਵੀ ਗਲਤ ਹੈ, ਦੋਨੋਂ ਇਹ ਤਾਂ ਗਲਤ ਹੋ ਜਾਣਗੇ। ਭਾਗ ਐਡੇ ਦੇ ਪ੍ਰਸ਼ਨ ਦੇਖ ਲਓ ਅਸੀਂ ਕਿਹੜੇ ਕਰਨੇ ਆ, ਜਿਨ੍ਹਾਂ ਵਿੱਚ ਅੰਦਰੂਨੀ ਛੂਟਿਆ ਉਹਨਾਂ 'ਚੋਂ ਕੋਈ ਇੱਕ ਪ੍ਰਸ਼ਨ ਕਰਾਂਗੇ। ਇੱਥੋਂ ਦੀ ਅਸੀਂ ਆਹ ਸਾਰੇ ਪ੍ਰਸ਼ਨ ਕਰਾਂਗੇ, ਠੀਕ ਹੈ। ਇੱਥੋਂ ਦੀ ਅਸੀਂ ਆਹ ਡੈਫੀਨੇਸ਼ਨ ਲਿਸਟ ਵਾਲਾ ਪ੍ਰਸ਼ਨ ਕੀਤਾ ਆ, ਥੱਲੇ ਅਸੀਂ ਆਹ ਪਹਿਲਾ 6ਵਾਂ ਕੀਤਾ ਆ, ਫਿਰ ਮਾਰਜਿਨ ਵਾਲਾ ਕੁਐਸ਼ਨ ਕੀਤਾ, ਵਿਗਿਆਪਨ ਵਾਲਾ ਕੁਐਸ਼ਨ ਕੀਤਾ, ਇੱਥੋਂ ਦੀ ਆਫਲਾਈਨ ਅਤੇ ਔਨਲਾਈਨ ਆਫਿਸ ਟੂਲ ਦੀ ਤੁਲਨਾ ਕਰੋ ਵਾਲਾ ਕੁਐਸ਼ਨ ਕੀਤਾ ਆ, ਅਤੇ ਲਾਸਟ ਫਿਰ ਅਸੀਂ ਆਹ ਟਾਈਮ ਸ਼ੇਅਰਿੰਗ ਵਾਲਾ ਕੁਐਸ਼ਨ ਕੀਤਾ ਹੈ। ਅਤੇ ਆਓ ਹੁਣ ਤੁਹਾਨੂੰ ਇਹਨਾਂ ਦੇ ਸਲਿਊਸ਼ਨ ਕਰਵਾ ਦਈਏ। ਸੋ ਆਪਣੇ ਕੋਲ ਫਸਟ ਸੀਗਾ HTML ਵਿੱਚ ਫੋਰਮੈਟਿੰਗ ਲਈ ਵਰਤੇ ਜਾਣ ਵਾਲੇ ਕੋਈ 5 ਟੈਗਸ ਹਨ। ਸੋ ਉਹਦੇ ਵਿੱਚ ਫਸਟ ਹੈਗਾ ਆ ਆਪਣੇ ਕੋਲ B ਟੈਕਸਟ ਨੂੰ ਬੋਲਡ ਕਰਨ ਲਈ, I ਟੈਕਸਟ ਨੂੰ ਇਟੈਲਿਕ ਕਰਨ ਲਈ, U ਟੈਕਸਟ ਨੂੰ ਅੰਡਰਲਾਈਨ ਕਰਨ ਲਈ, S ਟੈਗ ਟੈਕਸਟ ਨੂੰ ਸਟ੍ਰਾਈਕ ਥਰੋ ਕਰਨ ਲਈ, ਅਤੇ SUP ਟੈਗ ਨੂੰ ਸੁਪਰ ਸਕ੍ਰਿਪਟ ਵਜੋਂ ਸੈੱਟ ਕਰਨ ਲਈ, ਠੀਕ ਹੈ। ਗੂਗਲ ਡੌਕਸ ਦਾ ਸਾਡੇ ਕੋਲ ਜਿਹੜਾ ਆਨਸਰ ਆ ਕਿ ਗੂਗਲ ਡੌਕਸ ਦਾ ਵਰਣਨ ਕਰੋ, ਤਾਂ ਉਹ ਇਹ ਆ ਕਿ ਗੂਗਲ ਡੌਕਸ ਇੱਕ ਮੁਫਤ ਔਨਲਾਈਨ ਵਰਡ ਪ੍ਰੋਸੈਸਰ ਹੈ। ਇਹ ਡਾਕੂਮੈਂਟ ਬਣਾਉਣ ਲਈ ਅਤੇ ਐਡਿਟ ਕਰਨ ਲਈ ਵਰਤੀ ਜਾਣ ਵਾਲੀ ਵੈੱਬ ਆਧਾਰਿਤ ਡਾਕੂਮੈਂਟ ਪ੍ਰਬੰਧਨ ਐਪਲੀਕੇਸ਼ਨ ਹੈ। ਇਹ ਵਰਡ ਪ੍ਰੋਸੈਸਰ ਰੀਅਲ ਟਾਈਮ ਔਨਲਾਈਨ ਵਰਡ ਪ੍ਰੋਸੈਸਿੰਗ ਵਿੱਚ ਸਾਡੀ ਮਦਦ ਕਰਦਾ ਹੈ। ਗੂਗਲ ਡੌਕਸ ਸਾਨੂੰ ਕਈ ਕਿਸਮਾਂ ਦੀਆਂ ਡਾਕੂਮੈਂਟਾਂ ਫਾਈਲਾਂ ਜਿਵੇਂ ਕਿ ਡੌਕਸ, PDF, ODT, RTF ਟੈਕਸਟ ਅਤੇ HTML ਆਦਿ ਬਣਾਉਣ ਲਈ ਸਹੂਲਤ ਪ੍ਰਦਾਨ ਕਰਦਾ ਹੈ, ਠੀਕ ਹੈ। ਅਤੇ 2 ਕੁਐਸ਼ਨ ਆਪਣੇ ਹੋ ਗਏ ਆ।
ਫਿਰ ਅਸੀਂ ਕਰਦੇ ਹਾਂ ਜੀ ਡੈਫੀਨੇਸ਼ਨ ਲਿਸਟ ਕੀ ਹੁੰਦੀ ਆ। ਦੇਖੋ ਡੈਫੀਨੇਸ਼ਨ ਲਿਸਟ ਨੂੰ ਡਿਸਕ੍ਰਿਪਸ਼ਨ ਲਿਸਟ ਵੀ ਕਿਹਾ ਜਾਂਦਾ ਹੈ। ਇਹ ਆਈਟਮਾਂ ਦੀ ਉਹ ਲਿਸਟ ਹੁੰਦੀ ਹੈ ਜਿਸ ਵਿੱਚ ਹਰੇਕ ਆਈਟਮ ਜਾਂ ਸ਼ਬਦ ਦਾ ਵਰਣਨ ਜਾਂ ਪਰਿਭਾਸ਼ਾ ਦਿੱਤੀ ਗਈ ਹੁੰਦੀ ਹੈ। ਇਸ ਲਿਸਟ ਵਿੱਚ ਆਈਟਮਾਂ ਨੂੰ ਡਿਕਸ਼ਨਰੀ ਵਾਂਗ ਸੂਚੀਬੱਧ ਕੀਤਾ ਗਿਆ ਹੁੰਦਾ ਹੈ ਅਤੇ HTML ਵਿੱਚ ਡੈਫੀਨੇਸ਼ਨ ਲਿਸਟ ਬਣਾਉਣ ਲਈ DL ਟੈਗ ਦੀ ਵਰਤੋਂ ਕੀਤੀ ਜਾਂਦੀ ਹੈ। ਡੈਫੀਨੇਸ਼ਨ ਲਿਸਟ ਵਿੱਚ ਹਰੇਕ ਲਿਸਟ ਆਈਟਮ ਵਿੱਚ ਦੋ ਕੀ ਹੁੰਦੀਆਂ ਹੈ ਜੀ ਐਂਟਰੀਆਂ ਹੁੰਦੀਆਂ ਆ। ਠੀਕ ਹੈ, ਡੈਫੀਨੇਸ਼ਨ ਟਾਈਟਲ ਅਤੇ ਡੈਫੀਨੇਸ਼ਨ ਡਿਸਕ੍ਰਿਪਸ਼ਨ। ਡਾਟਾ ਟਰਮ, ਡਾਟਾ ਡੈਫੀਨੇਸ਼ਨ। ਇੱਥੋਂ ਇਹਨਾਂ ਨੇ ਫੁੱਲ ਫਾਰਮ ਚੱਕੀ ਸੀ। DT ਦੀ ਫੁੱਲ ਫਾਰਮ ਕੀ ਹੁੰਦੀ ਡਾਟਾ ਟਰਮ ਅਤੇ DD ਦੀ ਫੁੱਲ ਫਾਰਮ ਕੀ ਹੁੰਦੀ ਡਾਟਾ ਡੈਫੀਨੇਸ਼ਨ। ਠੀਕ ਹੈ, ਤਾਂ ਆ ਦੇਖੋ ਆ ਗਿਆ ਨਾ DT ਯਾਨੀ ਕਿ ਡਾਟਾ ਟਰਮ, DD ਯਾਨੀ ਕਿ ਡਾਟਾ ਡੈਫੀਨੇਸ਼ਨ। ਕਈ ਦੂਰਦਰਸ਼ਨ ਵੀ ਲਿਖੇ ਹੁੰਦੇ ਆ, ਸੋ ਇਸ ਚੀਜ਼ ਦਾ ਧਿਆਨ ਰੱਖਣਾ। ਠੀਕ ਹੈ ਜੀ, ਅਤੇ ਇਸ ਕੁਐਸਚਨ ਦੇ ਨਾਲ ਅਸੀਂ 3 ਫੁੱਲ ਫਾਰਮਾਂ ਵੀ ਕਰ ਲਈਆਂ। DL ਦਾ ਭਾਵ ਡੈਫੀਨੇਸ਼ਨ ਲਿਸਟ, DT ਦਾ ਭਾਵ ਡਾਟਾ ਟਰਮ ਅਤੇ DD ਦਾ ਭਾਵ ਡੈਫੀਨੇਸ਼ਨ ਡਾਟਾ ਡੈਫੀਨੇਸ਼ਨ। ਫਿਰ ਹੈਗਾ ਜੀ ਮਾਰਜਿਨ ਤੋਂ ਕੀ ਭਾਵ ਹੈ। ਸੋ ਦੇਖੋ ਪੇਜ ਦੀ ਮੁੱਖ ਸਮੱਗਰੀ ਅਤੇ ਇਸ ਦੇ ਕਿਨਾਰਿਆਂ ਵਿਚਕਾਰ ਖਾਲੀ ਖੇਤਰ ਨੂੰ ਮਾਰਜਿਨ ਕਿਹਾ ਜਾਂਦਾ ਹੈ। ਮਾਰਜਿਨ ਇਹ ਪਰਿਭਾਸ਼ਿਤ ਕਰਨ ਵਿੱਚ ਮਦਦ ਕਰਦਾ ਹੈ ਕਿ ਟੈਕਸਟ ਦੀ ਇੱਕ ਲਾਈਨ ਕਿੱਥੋਂ ਸ਼ੁਰੂ ਹੁੰਦੀ ਹੈ ਅਤੇ ਕਿੱਥੇ ਖਤਮ ਹੁੰਦੀ ਹੈ। ਅਸੀਂ ਇੱਕ ਪੇਜ ਦੀਆਂ ਚਾਰੇ ਦਿਸ਼ਾਵਾਂ ਟੌਪ, ਬਾਟਮ, ਖੱਬੇ, ਸੱਜੇ ਅਤੇ ਮਾਰਜਿਨ ਸੈੱਟ ਕਰ ਸਕਦੇ ਹਾਂ। ਆਮ ਤੌਰ 'ਤੇ ਮਾਰਜਿਨ ਦਾ ਆਕਾਰ 1 ਇੰਚ 'ਤੇ ਸੈੱਟ ਕੀਤਾ ਜਾਂਦਾ ਹੈ। ਅਸੀਂ ਆਪਣੀ ਜ਼ਰੂਰਤ ਅਨੁਸਾਰ ਮਾਰਜਿਨ ਦਾ ਆਕਾਰ ਘਟਾ ਜਾਂ ਵਧਾ ਸਕਦੇ ਹਾਂ। ਸੋ ਇਹ ਵੀ ਕੁਐਸਚਨ ਹੁੰਦਾ ਹੈ ਕੰਪਲੀਟ। ਸੋ ਅਗਲਾ ਕੁਐਸਚਨ ਦੇਖੋ ਜੀ, ਵਿਗਿਆਪਨ ਲਈ ਕਿਹੜੇ ਪਬਲੀਕੇਸ਼ਨ ਵਰਤੇ ਜਾ ਸਕਦੇ ਹਨ। ਤਾਂ ਵਿਗਿਆਪਨ ਲਈ ਵਰਤੇ ਜਾਂਦੇ ਵੱਖ-ਵੱਖ ਪਬਲੀਕੇਸ਼ਨ ਹੇਠ ਦਿੱਤੇ ਗਏ ਹਨ, ਜਿਵੇਂ ਬਰੋਸ਼ਰ, ਬੈਨਰ, ਬਿਜ਼ਨਸ ਕਾਰਡ ਜਾਂ ਨਿਊਜ਼ਲੇਟਰਸ। ਠੀਕ ਆ, ਨਿਊਜ਼ਲੇਟਰਸ। ਸੋ ਦੇਖੋ ਜੀ ਅਗਲਾ ਕੁਐਸਚਨ ਹੈਗਾ ਕਿ ਤੁਸੀਂ HTML ਵਿੱਚ ਇੱਕ ਤਸਵੀਰ ਕਿਸ ਤਰ੍ਹਾਂ ਦਾਖਲ ਕਰੋਗੇ। ਤਾਂ ਉਹਦਾ ਫਾਰਮੂਲਾ ਇਹ ਹੈ, ਯਾਨੀ ਕਿ ਆਨਸਰ ਇਹ ਆ ਕਿ HTML ਡਾਕੂਮੈਂਟ ਵਿੱਚ ਤਸਵੀਰ ਦਾਖਲ ਕਰਨ ਲਈ IMG ਯਾਨੀ ਕਿ ਇਮੇਜ ਟੈਗ ਦੀ ਵਰਤੋਂ ਕੀਤੀ ਜਾਂਦੀ ਹੈ। ਕਰਦੇ ਹਾਂ IMG ਟੈਗ ਇੱਕ ਐਮਟੀ ਟੈਗ ਹੈ, ਜਿਸ ਦਾ ਮਤਲਬ ਹੈ ਕਿ ਇਸ ਦਾ ਕੋਈ ਕਲੋਜ਼ਿੰਗ ਟੈਗ ਨਹੀਂ ਹੁੰਦਾ। ਵੈਬ ਪੇਜ ਵਿੱਚ ਤਸਵੀਰ ਦਾਖਲ ਕਰਨ ਲਈ ਹੇਠ ਦਿੱਤੇ ਮੁੱਢਲੇ ਸਿੰਟੈਕਸ ਦੀ ਵਰਤੋਂ ਕੀਤੀ ਜਾਂਦੀ ਹੈ। ਠੀਕ ਹੈ ਜੀ, ਜਿਵੇਂ ਕਿ ਤੁਸੀਂ ਆ ਦੇਖ ਸਕਦੇ ਹੋ ਇਮੇਜ SRC ਬਰਾਬਰ ਇਮੇਜ URL। ਠੀਕ ਹੈ, ਫਿਰ ਹੈਗਾ ਆ ਕਿ ਇਸ ਵਿੱਚ SRC ਇਮੇਜ ਟੈਗ ਦਾ ਇੱਕ ਜ਼ਰੂਰੀ ਐਟਰੀਬਿਊਟ ਹੈ ਜਿਸ ਦਾ ਪੂਰਾ ਨਾਮ ਸੋਰਸ ਹੈ, ਯਾਨੀ ਕਿ SRC ਦਾ ਪੂਰਾ ਨਾਮ ਸੋਰਸ ਆ। ਇਹ ਐਟਰੀਬਿਊਟ ਵੈਬ ਪੇਜ ਵਿੱਚ ਦਿਖਾਈ ਜਾਣ ਵਾਲੀ ਤਸਵੀਰ ਦਾ URL ਸੈੱਟ ਕਰਨ ਲਈ ਵਰਤਿਆ ਜਾਂਦਾ ਹੈ। ਠੀਕ ਹੈ ਜੀ, ਸੋ ਆਪਣੇ ਕੋਲ ਜਿਹੜੇ ਛੋਟੇ ਕੁਐਸਚਨ ਸੀਗੇ ਉਹ ਹੋ ਗਏ ਜੀ ਕੰਪਲੀਟ। ਅਤੇ ਹੁਣ ਅਸੀਂ ਵੱਡੇ ਕੁਐਸਚਨਾਂ ਵੱਲ ਵੱਧਦੇ ਹਾਂ। ਅਤੇ ਜਿਹੜੇ ਵੱਡੇ ਕੁਐਸਚਨ ਹੈ ਆਪਣੇ ਕੋਲ 2 ਹੀ ਨੇ। ਅਤੇ ਜਿਹਦੇ ਵਿੱਚ ਫਸਟ ਅਸੀਂ ਕਰਨ ਜਾ ਰਹੇ ਹਾਂ ਉਹ ਕਾਹਦਾ ਆ, ਉਹ ਹੈਗਾ ਆ ਆਫਲਾਈਨ ਆਫਿਸ ਟੂਲ ਅਤੇ ਔਨਲਾਈਨ ਆਫਿਸ ਟੂਲ ਦੇ ਵਿੱਚ ਦਾ ਡਿਫਰੈਂਸ। ਠੀਕ ਹੈ, ਬਹੁਤ ਸੌਖਾ ਹੁੰਦਾ ਡਿਫਰੈਂਸ, ਤਾਂ ਉਹ ਤੁਸੀਂ ਵੀ ਜ਼ਰੂਰ ਕਰਕੇ ਆਉਣਾ। ਫਸਟ ਆ ਆਫਲਾਈਨ। ਇਹਨਾਂ ਟੂਲਸ ਦੀ ਵਰਤੋਂ ਕਰਨ ਲਈ ਇੰਟਰਨੈਟ ਕਨੈਕਸ਼ਨ ਦੀ ਲੋੜ ਹੁੰਦੀ ਹੈ। ਆਫਲਾਈਨ ਆਫਿਸ ਟੂਲ ਵਿੱਚ ਬਣਾਈਆਂ ਗਈਆਂ ਫਾਈਲਾਂ ਨੂੰ ਕੰਪਿਊਟਰ ਸਿਸਟਮ ਦੀ ਲੋਕਲ ਸਟੋਰੇਜ 'ਤੇ ਵੇਖਿਆ ਜਾ ਸਕਦਾ ਹੈ। ਤੀਜਾ ਇਹ ਫਾਈਲਾਂ ਨੂੰ ਸਿਰਫ ਸਥਾਨਕ ਕੰਪਿਊਟਰ ਸਿਸਟਮ 'ਤੇ ਹੀ ਐਕਸੈਸ ਕੀਤਾ ਜਾ ਸਕਦਾ ਹੈ ਜਿੱਥੇ ਉਹ ਸਟੋਰ ਕੀਤੀਆਂ ਗਈਆਂ ਹਨ। ਚੌਥਾ ਇਹ ਫਾਈਲਾਂ ਨੂੰ ਆਸਾਨੀ ਨਾਲ ਸ਼ੇਅਰ ਨਹੀਂ ਕੀਤਾ ਜਾ ਸਕਦਾ। ਫਿਰ ਇਹਨਾਂ ਐਪਸ ਵਿੱਚ ਬਣਾਈਆਂ ਗਈਆਂ ਫਾਈਲਾਂ ਨੂੰ ਕਈ ਯੂਜ਼ਰ ਇੱਕੋ ਸਮੇਂ ਆਸਾਨੀ ਨਾਲ ਕੰਮ ਨਹੀਂ ਕਰ ਸਕਦੇ। ਉਦਾਹਰਨ ਲਈ MS ਵਰਡ, ਐਕਸਲ ਅਤੇ ਪਾਵਰਪੁਆਇੰਟ। ਔਨਲਾਈਨ ਆਫਿਸ ਟੂਲ ਹੈਗਾ ਕਿ ਇਹਨਾਂ ਟੂਲ ਦੀ ਵਰਤੋਂ ਕਰਨ ਲਈ ਇੰਟਰਨੈਟ ਕਨੈਕਸ਼ਨ ਦੀ ਲੋੜ ਪੈਂਦੀ ਹੈ। ਔਨਲਾਈਨ ਆਫਿਸ ਟੂਲ ਵਿੱਚ ਬਣਾਈਆਂ ਗਈਆਂ ਫਾਈਲਾਂ ਕਲਾਊਡ ਸਟੋਰੇਜ ਉੱਪਰ ਔਨਲਾਈਨ ਸਟੋਰ ਕੀਤੀਆਂ ਜਾਂਦੀਆਂ ਹਨ। ਫਾਈਲਾਂ ਨੂੰ ਦੁਨੀਆ ਵਿੱਚ ਕਿਤੇ ਵੀ ਐਕਸੈਸ ਕੀਤਾ ਜਾ ਸਕਦਾ ਹੈ ਕਿਉਂਕਿ ਫਾਈਲਾਂ ਔਨਲਾਈਨ ਸਟੋਰੇਜ ਮੀਡੀਆ ਵਿੱਚ ਸਟੋਰ ਕੀਤੀਆਂ ਜਾਂਦੀਆਂ ਹਨ। ਇਨਬਿਲਟ ਆਪਸ਼ਨਾਂ ਦੀ ਵਰਤੋਂ ਨਾਲ ਫਾਈਲਾਂ ਨੂੰ ਆਸਾਨੀ ਨਾਲ ਸ਼ੇਅਰ ਕੀਤਾ ਜਾ ਸਕਦਾ ਹੈ। ਫਿਰ ਹੈਗਾ ਇਹਨਾਂ ਐਪਸ ਦੇ ਵਿੱਚ ਬਣਾਈਆਂ ਗਈਆਂ ਫਾਈਲਾਂ 'ਤੇ ਕਈ ਯੂਜ਼ਰ ਇੱਕੋ ਸਮੇਂ ਆਸਾਨੀ ਨਾਲ ਕੰਮ ਕਰ ਸਕਦੇ ਹਨ। ਅਤੇ ਉਦਾਹਰਣ ਹੈਗੀ ਗੂਗਲ ਡਾਕਸ, ਗੂਗਲ ਸ਼ੀਟ ਅਤੇ ਗੂਗਲ ਸਲਾਈਡ। ਠੀਕ ਹੈ, ਤਾਂ ਇਸ ਤੋਂ ਜੀ ਬਾਅਦ ਆਪਣਾ ਜਿਹੜਾ ਲੌਂਗ ਕੁਐਸਚਨ ਆ ਲਾਸਟ ਉਹ ਕਰਦੇ ਹਾਂ, ਜੋ ਕਿ ਕੁਐਸਚਨ ਕੀ ਆ। ਪਹਿਲੇ ਕੁਐਸਚਨ ਦੇਖਦੇ ਹਾਂ। ਕੁਐਸਚਨ ਹੈਗਾ ਆ ਕਿ
टाइम शेयरिंग ऑपरेटिंग सिस्टम दे फायदे ते नुकसान लिखो तो वो की है वो लिखो। देखो टाइम शेयरिंग सिस्टम ये इंपॉर्टेंट है, हर बार आता है टाइम शेयरिंग वाला, सो टाइम शेयरिंग वाला कर लियो जरूर, ठीक है। टाइम शेयरिंग सिस्टम एक अजिहा सिस्टम है जिस विच बहुत सारे टर्मिनल यूज़र इको समय एक मुख कंप्यूटर सिस्टम नाल जुड़े होंगे हैं। हरेक यूज़र के प्रोग्राम नूं सर्कुलर तरीके नाल यानी कि चक्कर वाले तरीके नाल CPU का थोड़ा जिहा समा दिता जाता है। हरेक यूज़र नूं दिता गया CPU का छोटा जिहा समा टाइम स्लाइस या टाइम क्वांटम अखवाउंदा है इस सिस्टम विच। सो इस तो बाद है कि हरेक यूज़र नूं दिता गया छोटा जिहा CPU का समा की कहता है जी टाइम स्लाइस है, टाइम क्वांटम अखवाउंदा है, ठीक है जी। तो फिर है कि इस सिस्टम विच एक यूज़र तो अगले यूज़र तक बहुत तेज़ी नाल स्विच किया जाता है। फिर टाइम शेयरिंग के फायदे है कि CPU का वेला रहने का समा घटाती है, कागज़ उपर आउटपुट संबंधी काम नूं घटाती है तो सॉफ्टवेयर दीयां डुप्लीकेशन तो बचाती है। नुकसान ये भी की है यूज़र प्रोग्राम लई वड्डी मुख मैमरी की लोड़ पैंदी आ। ते फिर अगला है इस सिस्टम विच कंप्यूटर शेड्यूलिंग तकनीक की लोड़ पैंदी है तो मैमरी प्रबंधन की लोड़ पैंदी है, ठीक है जी। तो अपने दोनों लॉन्ग क्वेश्चन भी हो गए। सो तुसीं देख सकते हैं कि आप ਵੱਡੇ क्वेश्चनों ਦੇ ਵਿੱਚ टाइम शेयरिंग ऑपरेटिंग सिस्टम वाला क्वेश्चन किया, उपरों असी ऑफलाइन तो ऑनलाइन ऑफिस टूल की तुलना की, ठीक है। इत्थों दी असी पब्लिकेशन किहड़े वरते जाते हैं, मार्जिन तो तुसीं HTML ਵਿੱਚ तस्वीर किवें दाखिल करोगे, डेफिनेशन लिस्ट है ना जी। HTML ਵਿੱਚ फॉर्मेटिंग ਲਈ ਵਰਤੇ ਜਾਣ ਵਾਲੇ ਕੋਈ 5 टैग ਤੇ गूगल डॉक्स ਇਹ वाले क्वेश्चन ਕੀਤੇ ਤੇ ਭਾਗ ਜਿਹੜਾ ਊੜਾ ਸੀ ਉਹ ਤਾਂ ਅਸੀਂ ਤੁਹਾਨੂੰ ਸਾਰਾ ਸੋਲਵ ਕਰਵਾਈ ਦਿੱਤਾ ਸੀਗਾ। ਤੇ ਇੱਥੇ ਹੀ ਪੇਪਰ ਹੁੰਦਾ ਹੈ ਕੰਪਲੀਟ। ਸੋ ਸਟੂਡੈਂਟਸ ਜੇਕਰ ਤੁਸੀਂ ਸਾਡੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸੀ ਸੋ ਪਲੀਜ਼ ਸਬਸਕ੍ਰਾਈਬ ਕਰਕੇ ਜਾਣਾ ਤੇ ਇੱਦਾਂ ਦੀ ਹੋਰ ਵੀਡੀਓਜ਼ ਲਈ ਸਾਡੀ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਕਮੈਂਟ ਦੇ ਵਿੱਚ ਯੈਸ ਟਾਈਪ ਕਰਕੇ ਆਪਣੀ ਹਾਜ਼ਰੀ ਭਰ ਦੇਣਾ, ਠੀਕ ਹੈ। ਤਾਂ ਮਿਲਦੇ ਅਗਲੀ ਵੀਡੀਓ ਵਿੱਚ, ਬਾਏ ਬਾਏ ਬਾਏ।